जी अस्सलाम वालेकुम दोस्तों, मैं हूं अमजद मलिक और एक बहुत अहम टॉपिक के साथ आपकी खिदमत में हाजिर। हमारा आज का टॉपिक है जनाब अला और सवाल है आमर डोगर साहब से। आमर डोगर साहब अस्सलाम वालेकुम। वालेकुम अस्सलाम अमजद भाई, की हाल चाल? सब अल्हम्दुलिल्लाह अल्हम्दुलिल्लाह, शुक्र अल्लाह पाक दा। आमर डोगर साहब, कोई ऐसा फार्मूला दसो जिहदे नाल जानवर बीमार ना होवे, वज़न बढ़ाए, कद बढ़ाए और जानवर सेहतमंद रहे। जी अमजद भाई, ऐसी ਤੁਸੀਂ ਬਹੁਤ ਅੱਛਾ ਟੌਪਿਕ ਜਿਹੜਾ ਹੈ ਉਹਦੇ ਤੇ ਮੇਰੇ ਕੋਲ ਤੁਸੀਂ ਸਵਾਲ ਕਰ ਰਹੇ ਹੋ। ਬੇਸਿਕਲੀ ਕੁਝ ਲੋਕ ਜਾਨਵਰ ਦੀ ਨਾ ਕਲੈਕਸ਼ਨ ਹੀ ਗਲਤ ਕਰ ਲੈਂਦੇ ਨੇ। अच्छा ਕਿ ਉਹ ਜਾਨਵਰ ਨਾ ਤੇ ਕੋਈ ਅੱਛੀ ਗਰੋਥ ਕਰ ਸਕਦੇ ਨੇ, ਨਾ ਅੱਛਾ ਕੱਦ ਵਧਾ ਸਕਦੇ ਨੇ। ठीक। ਕੁਝ ਜਾਨਵਰ ਐਸੇ ਹੁੰਦੇ ਨੇ ਜਿਹੜੇ ਕਿ ਨਸਲ ਦੇ ਬਹੁਤ ਅੱਛੇ ਹੁੰਦੇ ਨੇ, ਬਚਪਨ ਦੇ ਵਿੱਚ ਕਿਸੇ ਬਿਮਾਰੀ ਦੀ ਵਜ੍ਹਾ ਤੋਂ, ਕਿਸੇ ਹੋਰ ਚੀਜ਼ ਦੀ ਵਜ੍ਹਾ ਤੋਂ ਉਹ ਆਪਣਾ ਕੱਦ ਨਹੀਂ ਵਧਾ ਸਕਦੇ, ਸਿਹਤ ਨਹੀਂ ਵਧਾ ਸਕਦੇ। ਉਹਨਾਂ ਨੂੰ ਫਿਰ ਅਸੀਂ ਕੁਝ ਐਸੇ ਮਲਟੀ ਵਿਟਾਮਿਨਸ ਯੂਜ਼ ਕਰਵਾਉਂਦੇ ਆ ਜਿਹੜੇ ਉਹਨਾਂ ਦੀ ਜਿਹੜੀ ਪਿਛਲੀਆਂ ਰੁਕਾਵਟਾਂ ਨੇ ਨਾ ਉਹ ਖਤਮ ਕਰਦੀਆਂ ਨੇ, ਤੇ ਜਾਨਵਰ ਸਡਨਲੀ ਅਲਹਮਦੁਲਿਲਾ 2-3 ਮਹੀਨੇ ਦੇ ਵਿੱਚ ਵਿੱਚ ਆਪਣੀਆਂ ਕਮਜ਼ੋਰੀਆਂ ਦੂਰ ਕਰਕੇ ਅੱਛਾ ਖਾਸਾ ਕੱਦ ਬੜਾ ਜਾਂਦਾ ਹੈ। अच्छा ਮਤਲਬ ਅਸੀਂ ਗੱਲ ਪੰਜਾਬੀ 'ਚ ਕਰਾਂਗੇ। ਉਹਦੀ ਰੀਜ਼ਨ ਹੈ ਕਿ ਮੈਂ ਇੱਕ ਦੋ ਵੀਡੀਓ ਤੁਹਾਡੇ ਚੈਨਲ ਤੇ ਮੇਰੀ ਲੱਗੀਆਂ ਨੇ, ਉਹਦੇ ਨੀਚੇ ਕੁਝ ਪਾਕਿਸਤਾਨ ਤੋਂ ਬਾਹਰ ਯਾਨੀ ਕਿ ਇੰਡੀਆ ਦੇ ਲੋਕਾਂ ਨੇ ਕਮੈਂਟਸ ਕੀਤੇ ਨੇ ਕਿ ਵੀਡੀਓ ਜਿਹੜੀ ਹੈ ਨਾ ਉਹ ਬਣਾਈ ਜਾਏ ਉਹਦੇ उर्दू दे विच। पंजाबी च बनाई जाए, उर्दू च नहीं। अच्छा उर्दू च ना बना जी, ठीक है। अस्सलाम वालेकुम। वो तो जेड़ा मर्जी चले जी अच्छा अमजद भाई, ਇਹਦੇ ਵਿੱਚ ਨਾ ਦੇਖੋ, ਮੈਂ 5 ਇੰਜੈਕਸ਼ਨ ਯੂਜ਼ ਕਰਨਾ ਵਾ, अच्छा ਨਾਲ ਸਪੋਰਟਿਵ ਮੇਥਰੇ ਯੂਜ਼ ਕਰਨਾ ਵਾ। क्या बात। 5 ਇੰਜੈਕਸ਼ਨ ਮੈਂ ਦੋਸਤਾਂ ਨੂੰ ਦੱਸ ਦਿੰਦਾ ਵਾ। ਐਮੀਵਾਈਕਮ, ठीक ਸਾਈਨਾਕੋਵ, ठीक। ਸੈਲੀਵੇਟ, हाँ हाँ ਵਿਟਾਮਿਨ AD3E, अच्छा ਨਾਲ ਇੱਕ ਸਪੋਰਟਿਵ ਇੰਜੈਕਸ਼ਨ ਜਿਹੜਾ ਵੇ ਉਹ ਕੈਰਾਸਲ ਦਾ ਯੂਜ਼ ਹੁੰਦਾ ਹੈ। ਸਾਥ ਅਸੀਂ ਜਾਨਵਰ ਨੂੰ ਮੇਥਰੇ ਦਿੰਦੇ ਆ, अच्छा ਤੇ ਨਾਲ ਅਸੀਂ ਜਾਨਵਰ ਨੂੰ ਕਿਸੇ ਵੀ ਸ਼ਕਲ ਦੇ ਵਿੱਚ ਅਸੀਂ ਕੈਲਸ਼ੀਅਮ ਦਿੰਦੇ ਆ। अच्छा ਤੁਸੀਂ ਐਲਫਾ ਕਾਰਡੀ ਦੀ ਸ਼ਕਲ 'ਚ ਦੇ ਸਕਦੇ ਹੋ, ਤੁਸੀਂ DCB ਪਾਊਡਰ ਡਾਈ ਕੈਲਸ਼ੀਅਮ ਫਾਸਫੋਰਸ ਦੀ ਸ਼ਕਲ ਤੁਸੀਂ ਦੇ ਸਕਦੇ ਹੋ। अच्छा ਇਹ ਜ਼ਰੂਰੀ ਨੇ। ਯੂਜ਼ ਕਰਨ ਦਾ ਤਰੀਕਾ ਮੈਂ ਦੱਸ ਦਿੰਦਾ ਵਾਂ। ਸਭ ਤੋਂ ਪਹਿਲੇ ਦੋਸਤ ਅਕਸਰ ਜਿਹੜੇ ਸਵਾਲ ਕਰਨਗੇ ਮੈਂ ਉਹਨਾਂ ਨੂੰ ਪਹਿਲੇ ਜਵਾਬ ਦੇਣਾ ਵਾ। ਸਭ ਤੋਂ ਪਹਿਲੇ ਦੋਸਤ ਸਵਾਲ ਕਰਨਗੇ ਛੋਟੀਆਂ ਵਾਈਲਾਂ ਲੈਣੀਆਂ ਨੇ ਵੱਡੀਆਂ ਵਾਈਲਾਂ ਲੈਣੀਆਂ। ਜਿਹੜੇ ਦੋਸਤਾਂ ਦੇ ਕੋਲ ਜਾਨਵਰ 65 ਕਿਲੋ ਦੇ ਕਰੀਬ ਨੇ ਉਹ 50 ml ਦੀ ਵਾਈਲਾਂ ਲੈ ਲੈਣ। ਜਿਹੜੇ ਦੋਸਤਾਂ ਦੇ ਕੋਲ ਜਾਨਵਰ ਵੱਡੇ ਨੇ, ਹੈਵੀ ਵੇਟ ਨੇ ਜਾਂ ਵੱਡੇ ਬਰੀਡਰ ਨੇ, ਉਹ ਕਮਜ਼ੋਰ ਨੇ ਜਾਂ ਪਿਛਲੀ ਲੱਤਾਂ ਕਮਜ਼ੋਰ ਨੇ, ਉਹਨਾਂ ਦੀਆਂ ਜਾਂ ਮੁੱਠੀਆਂ ਬੈਠੀਆਂ ਨੇ, ਉਹ ਵੱਡੀਆਂ ਵਾਈਲਾਂ ਲੈ ਲੈਣ। ਅੱਛਾ ਜੀ, ਇਹ ਯੂਜ਼ ਹੋ ਸਕਦਾ ਬੱਕਰਿਆਂ ਨੂੰ ਵੀ, ਬਛੜਿਆਂ ਨੂੰ ਵੀ, ਛਤਰਿਆਂ ਨੂੰ ਵੀ ਤੇ ਕੱਟਿਆਂ ਨੂੰ ਵੀ। अच्छा ਕਿਉਂਕਿ ਇਹ ਸਵਾਲ ਆਣੇ ਨੇ ਨਾ ਮੈਨੂੰ। बिल्कुल आने। हाँ जी। क्या ये फिर गब्बन बकरी ਨੂੰ भी यूज हो सकते हैं? ਨਹੀਂ, ठीक है ਗੱਬਨ ਬੱਕਰੀ ਨੂੰ ठीक है, आगे चलो जी। ठीक है ਹਾਂ, ਉਹ ਡਿਲੀਵਰੀ ਤੋਂ ਬਾਅਦ ਦੇ ਅਲੱਗ ਪ੍ਰੋਟੋਕੋਲ ਨੇ, ਉਹਨਾਂ ਦੇ ਅਸੀਂ ਆਲਰੇਡੀ ਵੀਡੀਓ ਬਣਾ ਚੁੱਕੇ ਹਾਂ। ठीक है ਠੀਕ ਹੈ, ਅਗਰ ਕੋਈ ਦੋਸਤ ਪਰੇਸ਼ਾਨ ਹੋ ਤਾਂ ਤੁਹਾਡੀ ਪਿਛਲੀ ਵੀਡੀਓ ਦੇਖ ਲੈਣ, देख सकते। ਉਹਦੇ ਤੁਸੀਂ ਆਲਰੇਡੀ। ਅੱਛਾ ਅਮਜਦ ਭਾਈ, ਸਭ ਤੋਂ ਪਹਿਲੇ ਅਸੀਂ ਇਨੀਸ਼ੀਅਲੀ ਸਟੇਜ ਤੇ ਅਸੀਂ ਜਾਨਵਰ ਆਪਣੇ ਘਰ ਲਿਆਂਦਾ, ਜਾਨਵਰ ਹੁੰਦਾ ਹੈ ਕਮਜ਼ੋਰ, अच्छा ਜਾਨਵਰ ਖੁਰਾਕ ਘੱਟ ਖਾਂਦਾ ਹੈ। ਅਸੀਂ ਸਭ ਤੋਂ ਪਹਿਲੇ ਅਸੀਂ ਉਹਨੂੰ ਅਪਲਾਈ ਕਰਨਾ ਵੇ ਸਾਈਨਾਕੋਪ ਦਾ ਸਿਮ। ਸਭ ਤੋਂ ਪਹਿਲੇ ਸਾਨੂੰ ਇੰਜੈਕਸ਼ਨ ਸਾਈਨਾਕੋਪ ਦਾ ਸਿਮ ਲਗਾਉਣਾ ਹੈ। ठीक है ਸਾਈਨਾਕੋਪ ਦੇ ਵਿੱਚ ਬੇਸਿਕਲੀ B12 ਸ਼ਾਮਿਲ ਹੈ, अच्छा ਜਿਹੜਾ ਜਾਨਵਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਠੀਕ ਹੈ, ਜਾਨਵਰ ਦੀ ਭੁੱਖ ਵਧਾਉਂਦਾ ਹੈ। अच्छा ਇਹ ਪਹਿਲੀ ਸੀੜੀ ਹੈ। ਜਾਨਵਰ ਪੇਟ ਭਰ ਕੇ ਖਾਏਗਾ, ਜਾਨਵਰ ਦੀ ਭੁੱਖ ਵਧੇਗੀ, ਆਟੋਮੈਟਿਕਲੀ ਜਾਨਵਰ ਦੀ ਕਮਜ਼ੋਰੀਆਂ ਦੂਰ ਹੋਣਗੀਆਂ। ਅੱਛਾ, ਇਹਦਾ ਤਰੀਕਾ ਇਸਤੇਮਾਲ ਜਿਹੜਾ ਹੈ ਉਹ ਅਮਜਦ ਭਾਈ ਹੈ ਜੇ ਕਿ ਮੈਂ 100 kg ਜ਼ੇਨ ਦੇ ਵਿੱਚ ਰੱਖ ਕੇ ਦੋਸਤਾਂ ਨੂੰ ਕੁਆਂਟੀਟੀ ਮਤਲਬ ਦੱਸਾਂਗਾ ਕਿ ਇੰਨਾ ਲੱਗਣਾ ਹੈ। ਜਿਹਦਾ ਛੋਟਾ ਜਾਨਵਰ ਹੈ ਉਹਦੇ ਮੁਤਾਬਿਕ ਉਹ ਡੋਜ਼ ਘਟਾ ਦੇਣ, ਜਿਹਦਾ ਵੱਡਾ ਜਾਨਵਰ ਹੈ ਉਹਦੇ ਮੁਤਾਬਿਕ ਡੋਜ਼ ਵਧਾ ਦੇਣ। ठीक है ਅਗਰ ਤੁਹਾਡਾ ਜਾਨਵਰ 100 kg ਹੈ, अच्छा ਤੁਸੀਂ ਇਹਨੂੰ ਐਸਾ ਕਰ ਲਓ ਕਿ ਪਰ 10 kg पर 10 kg 1 ml। ठीक है ਠੀਕ ਹੈ, ਕੁਝ ਇੰਜੈਕਸ਼ਨ ਐਸੇ ਨੇ ਜਿਹੜੇ ਪਰ 10 kg ਦੇ 2 ml ਲੱਗਣੇ ਨੇ, ਸੌਰੀ ਪਰ 20 kg ਦੇ 1 ml ਲੱਗਣਾ ਹੈ। 1 ml लगता 20 ਤੇ। अच्छा ਠੀਕ ਹੈ, ਇਹ ਵੀਡੀਓ ਦੇ ਡਿਟੇਲ ਦੇ ਨਾਲ ਦੇਖੋ, ਮੈਂ ਡਿਟੇਲ ਨਾਲ ਸਮਝਾਉਂਦਾ। ਸਾਈਨਾਕੋਪ ਜਿਹੜਾ ਜੇ ਉਹ ਜਾਨਵਰ ਦਾ weight ਬੋਡੀ weight ਅਗਰ 20 ਕਿਲੋ ਹੈ ਨਾ ਤੇ ਉਹਦੇ ਤੇ 1 cc ਲੱਗੇਗਾ। ठीक है ਸਾਈਨਾਕੋਪ ਦੋ ਤਰ੍ਹਾਂ ਦੇ ਆਉਂਦੇ ਨੇ, ਇੱਕ ਆਂਦਾ ਵੇ 250 ਕਪੈਸਿਟੀ ਦਾ, ਇੱਕ ਆਂਦਾ 1000 ਕਪੈਸਿਟੀ ਦਾ। अच्छा ਮੈਂ 1000 ਵਾਲੇ ਦੀ ਗੱਲ ਕਰਨਾ ਪਿਆ, ਵੀਡੀਓ 'ਚ ਤਸਵੀਰ ਨਾਲ ਲੱਗ ਗਈ ਹੈ। ठीक है ਠੀਕ ਹੈ ਜੀ। ਅੱਛਾ, ਇਹ ਸਭ ਤੋਂ ਪਹਿਲਾਂ ਜਾਨਵਰ ਨੇ ਅਪਲਾਈ ਕਰਨਾ ਹੈ। ਅਗਰ 100 ਕਿਲੋ ਦਾ ਜਾਨਵਰ ਹੈਗਾ ਤੇ ਇਹ ਉਹਨੂੰ 5 cc ਲੱਗੇਗਾ। अच्छा ਅੱਜ ਇੱਕ ਸਾਈਡ ਤੇ ਗਰਦਨ ਤੇ ਲੱਗੇਗਾ, ਕੱਲ ਦੂਸਰੀ ਸਾਈਡ ਤੇ ਲੱਗੇਗਾ। ਡੇਲੀ ਗਰਦਨ ਦੇ ਸਾਈਡ ਚੇਂਜ ਕਰਕੇ 7 ਦਿਨ ਇਹ ਲੱਗੇਗਾ। ठीक है 8ਵੇਂ ਦਿਨ ਜਿਹੜਾ ਸਪੋਰਟਿਵ ਇੰਜੈਕਸ਼ਨ ਹੈ ਕੈਰਾਸਿਨ,
ਉਹ ਜਾਨਵਰ ਦੀ ਬੋਡੀ weight ਦੇ ਮੁਤਾਬਿਕ ਉਹਦੇ ਉੱਪਰ ਲਿਖਿਆ ਹੋਵੇ, ਉਹਦੇ ਨਾਲ ਤੁਸੀਂ 1 ml ਜ਼ਿਆਦਾ ਦੇਣਾ ਹੈ। ਠੀਕ ਹੈ। ਯਾਨੀ ਕਿ ਅਗਰ ਡੱਬੇ ਦੇ ਉੱਤੇ ਲਿਖਿਆ ਜੀ 100 kg ਦੇ ਉੱਤੇ 10 ml ਲੱਗਦਾ ਹੈ ਜਾਂ 100 kg ਦੇ ਉੱਤੇ 5 ml ਲੱਗਦਾ ਹੈ, ਤੁਸੀਂ ਉਹਦੇ ਮੁਤਾਬਕ 1 ml ਤੁਸੀਂ ਐਕਸਟਰਾ ਦੇਣਾ ਹੈ। ਠੀਕ ਹੈ। 8ਵੇਂ ਦਿਨ ਤੁਸੀਂ ਜਾਨਵਰ ਨੂੰ ਇਹ ਲਗਾਉਣਾ ਹੈ। ਅੱਛਾ। ਉਸ 9ਵੇਂ ਦਿਨ ਤੁਸੀਂ ਵਾਪਸ ਜਾਨਵਰ ਨੂੰ ਫਿਰ ਸਾਈਨਾਕੋਪ ਤੇ ਲੈਣਾ ਹੈ। ਉਸੇ ਤਰ੍ਹਾਂ ਹੀ 5 ml ਕਰਕੇ ਤੁਸੀਂ ਜਾਨਵਰ ਦੀ ਪੂਰੀ ਵਾਈਲ ਖਤਮ ਕਰੋਗੇ। ਅੱਛਾ। ਯਾਨੀ ਕਿ ਤੁਹਾਡੀ ਵਾਈਲ ਜਿਹੜੀ ਹੈ 5 ml ਲਗਾ ਕੇ 20 ਦਿਨਾਂ 'ਚ ਖਤਮ ਹੋਏਗੀ। ਠੀਕ ਹੈ ਨਾ। ਉਹ ਤੁਸੀਂ ਹਰ 8ਵੇਂ ਦਿਨ ਤੁਸੀਂ ਜਿਹੜਾ ਕੈਰਾਸਲ ਹੈ ਉਹ ਜਾਨਵਰ ਦੇ ਬੋਡੀ weight ਦੇ ਮੁਤਾਬਕ ਤੁਸੀਂ ਜਾਨਵਰ ਜ਼ਰੂਰ ਲਗਾਉਣਾ। ਅੱਛਾ ਜੀ, ਤੁਹਾਡੀ ਸਾਈਨਾਕੋਪ ਦੀ ਵਾਈਲ ਖਤਮ ਹੋ ਗਈ। ਠੀਕ ਹੈ। ਤੁਸੀਂ 1 ਵੀਕ ਜਾਨਵਰ ਨੂੰ ਸਟੇ ਕਰਨਾ ਹੈ। ਇਸ ਪ੍ਰੋਸੈਸ ਦੇ ਵਿੱਚ ਅੱਛਾ ਨਾਲ ਤੁਸੀਂ ਜਾਨਵਰ ਨੂੰ ਖੁਰਾਕ ਦੇ ਵਿੱਚ ਥੋੜੇ ਮਿੱਠੇ ਮਿੱਠਾ ਸੋਡਾ ਅੱਛਾ ਤੇ ਕੈਲਸ਼ੀਅਮ ਡਾਈਫਾਸਫੋਰਸ ਜਿਹਨੂੰ ਹੱਡੀਆਂ ਦਾ ਚੂਰਾ ਕਹਿੰਦੇ ਨੇ, ਡੀਸੀਪੀ ਪਾਊਡਰ ਜਾਂ ਐਲਫਾ ਕਾਲਡੀ, ਜਾਨਵਰ ਦੇ ਬੋਡੀ weight ਦੇ ਮੁਤਾਬਕ ਉਹ ਤੁਸੀਂ ਰੂਟੀਨ ਨਾਲ ਚਲਾ ਕੇ ਰੱਖਣਾ। ਇਹ ਮੇਥਰੇ, ਹਾਂਜੀ, ਇਹਨਾਂ ਦਾ ਕੀ ਫਾਇਦਾ ਹੋਏਗਾ? ਅਮਜਦ ਭਾਈ, ਮੇਥਰੇ ਦੁਨੀਆ ਦੇ ਜਾਨਵਰ ਨੂੰ ਜਿਹੜੀ ਵੀ ਕਮਜ਼ੋਰੀ ਉਹ ਦੂਰ ਕਰ ਦਿੰਦੇ ਨੇ। ਠੀਕ ਹੋ। ਜਾਨਵਰ ਦੀਆਂ ਮੁੱਠੀਆਂ ਬੈਠੀਆਂ ਹੋਣ, ਜਾਨਵਰ ਦਾ ਬੋਡੀ ਸਕੋਰ ਕੋਈ ਨਾ ਹੋਵੇ, ਹੱਡੀਆਂ ਦਾ ਪਿੰਜਰ ਹੋਵੇ, ਯਾਨੀ ਕਿਸੇ ਮੁਕਤ ਜਾਨਵਰ ਸਾਰੀ ਕਮਜ਼ੋਰੀਆਂ ਦੂਰ ਕਰਦਾ ਹੈ। ਮਿੱਠਾ ਸੋਡਾ ਜਾਨਵਰ ਦਾ ਹਾਜ਼ਮਾ ਚਲਾ ਕੇ ਰੱਖ ਦੇਣਾ। ਠੀਕ ਹੈ। ਡਾਈ ਕੈਲਸ਼ੀਅਮ ਫਾਸਫੋਰ ਜਾਨਵਰ ਦੇ ਜਿਸਮ ਵਿੱਚ ਥੋੜੀ ਬਹੁਤੀ ਹੱਡੀ ਛੱਡੀ ਦਾ ਕੋਈ ਮਾਮਲਾ ਤੋਂ ਕੋਈ ਵਿੰਗੀ ਸ਼ਿੰਗੀ ਹੋਵੇ, ਕੈਲਸ਼ੀਅਮ ਉਹ ਰਿਕਵਰ ਕਰਦਾ ਹੈ। ਚਮਚ ਅਗਰ ਅਸੀਂ ਮੈयर ਕਰੀਏ ਪੈਮਾਨਾ ਤੇ ਇਹ ਕਿਤਨੀ ਚਮਚ? ਅੰਦਰ ਭਾਈ ਛੋਟੇ ਜਾਨਵਰ ਨੂੰ 1 ਚਮਚ ਚਾय ਵਾਲਾ, ਵੱਡੇ ਜਾਨਵਰ ਨੂੰ 1 ਚਮਚ ਚਾਵਲਾਂ ਵਾਲਾ। ਅੱਛਾ, ਕਿਤਨੇ ਦਿਨ ਇਹ ਮਿੱਠਾ ਸੋਡਾ ਯੂਜ਼ ਲਗਾਤਾਰ ਹੋ ਸਕਦਾ ਹੈ? ਮਿੱਠਾ ਸੋਡਾ ਤੇ ਡੇਲੀ ਯੂਜ਼ ਕਰੋਗੇ ਉਹਨਾਂ ਫਾਇਦੇਮੰਦ ਹੈ। ਜ਼ਬਰਦਸਤ। ਕਿਉਂਕਿ ਇਹ ਬਾਦੀ ਮਾਰੇਗਾ, ਜਿਹੜੇ ਜਾਨਵਰ ਦੇ ਮੁੱਠੀਆਂ ਵਗੈਰਾ ਬਾਦੀ ਤੋਂ ਬੈਠ ਗਈਆਂ ਨੇ ਉਹ ਉਹਨਾਂ ਨੂੰ ਸਟੈਂਡ ਕਰ ਦੇਗਾ। ਜ਼ਬਰਦਸਤ ਹੋ ਗਿਆ। ਅੱਛਾ ਅਮਜਦ ਭਾਈ, ਇਹ ਵਾਲਾ ਇੱਕ ਇੰਜੈਕਸ਼ਨ ਖਤਮ ਹੋ ਗਿਆ। ਉਸ ਤੋਂ ਅਗਲਾ ਸਟੈਪ ਜਿਹੜਾ ਉਹ ਹੈਗਾ ਜੀ ਐਮੀਵਾਈਕੋਮ ਦਾ। ਠੀਕ ਹੈ। ਬੇਸਿਕਲੀ ਹੈਗਾ ਵੇ ਅਮਾਈਨੋ ਐਸਿਡ। ਠੀਕ ਹੈ। ਉਹ ਜਾਨਵਰ ਦੀ ਜਿਸਮ ਦੀਆਂ ਉਹ ਵੀ ਸਾਰੀ ਬਿਮਾਰੀਆਂ ਦੂਰ ਕਰਦਾ ਹੈ, ਜਾਨਵਰ ਦੇ ਖੁਰਾਕ ਦੀ ਲਪਕ ਵਧਾਉਂਦਾ ਹੈ, ਜਾਨਵਰ ਉਹਦੇ ਨਾਲ ਉਗਾਲੀ ਤੇਜ਼ ਕਰਦਾ ਹੈ। ਅੱਛਾ। ਜਾਨਵਰ ਦੇ ਜਿਸਮ ਦਾ ਟੈਂਪਰੇਚਰ ਨਾਰਮਲ ਰੱਖਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ। ਅਗਰ ਕਿਸੇ ਜਾਨਵਰ ਦਾ ਟੈਂਪਰੇਚਰ ਲੋ ਹੁੰਦਾ ਹੋਵੇ ਤੇ ਉਹ ਵੀ ਐਮੀਵਾਈਕਮ ਯੂਜ਼ ਕਰ ਸਕਦੇ ਨੇ। ਅੱਛਾ, ਰੈਗੂਲਰ। ਠੀਕ ਹੈ। ਠੀਕ ਹੈ। ਅੱਛਾ, ਇਹਦਾ ਵੀ ਸੇਮ ਪ੍ਰੋਸੈਸ ਹੈ। 7 ਦਿਨ ਲਗਾਉਣਾ ਹੈ ਜਾਨਵਰ ਦੇ ਬੋਡੀ weight ਦੇ ਮੁਤਾਬਿਕ। 8ਵੇਂ ਦਿਨ ਤੁਸੀਂ ਕੈਰਾਸਿਲ ਲਗਾਉਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਇਹ ਲਗਾਉਣਾ ਹੈ। ਪਹਿਲਾ ਇੰਜੈਕਸ਼ਨ ਖਤਮ ਹੋਇਆ, 1 ਵੀਕ ਦਾ ਵਕਫਾ ਪਿਆ, ਅੱਗੋਂ ਤੁਸੀਂ ਇੰਜੈਕਸ਼ਨ ਸਟਾਰਟ ਕਰ ਦੇਣਾ। ਠੀਕ ਹੈ। ਜਦੋਂ ਇਹ ਵਾਲਾ ਇੰਜੈਕਸ਼ਨ, ਜਦੋਂ ਐਮੀਵਾਈਕਮ ਦਾ ਇੰਜੈਕਸ਼ਨ ਵੀ ਜਦੋਂ ਖਤਮ ਹੋ ਜਾਂਦਾ ਹੈ, ਉਸ ਤੋਂ ਬਾਅਦ ਵਿੱਚ, ਕਿਉਂਕਿ ਮੈਂ ਇਹਨਾਂ ਨੂੰ ਇਹ ਬੇਸਿਕਲੀ ਇਹ ਫਾਰਮੂਲਾ ਮੇਰਾ ਆਪਣਾ ਡਿਜ਼ਾਈਨ ਕੀਤਾ ਹੋਇਆ ਹੈ। ਅੱਛਾ। ਤੇ ਇਹਦਾ ਬੇਤਹਾਸ਼ਾ ਫਾਇਦਾ ਹੈ। ਇਹਨੂੰ ਮੈਂ ਡਿਜ਼ਾਈਨ ਇਸ ਤਰ੍ਹਾਂ ਕੀਤਾ ਹੈ ਕਿ ਨਾਰਮਲ ਡੋਜ਼, ਫਿਰ ਉਸ ਤੋਂ ਹੈਵੀ ਇੰਜੈਕਸ਼ਨ, ਫਿਰ ਉਸ ਤੋਂ ਹੈਵੀ, ਫਿਰ ਸਭ ਦਾ। ਜ਼ਬਰਦਸਤ। ਅੱਛਾ, ਐਮੀਵਾਈਕਮ ਖਤਮ ਹੋ ਗਿਆ। ਇਹ 2 ਇੰਜੈਕਸ਼ਨਾਂ ਦੇ ਵਿੱਚ ਹੀ ਤੁਸੀਂ ਆਪਣੇ ਜਾਨਵਰ ਦਾ ਬੋਡੀ weight ਕਰਕੇ ਦੇਖ ਲੈਣਾ, ਸਟਾਰਟਿੰਗ ਤੇ ਦੂਜੇ ਇੰਜੈਕਸ਼ਨ ਦਾ। ਅਪਰੋਕਸੀਮੇਟਲੀ ਤੁਹਾਡਾ ਕੋਈ ਮਹੀਨਾ ਸਵਾ ਮਹੀਨਾ ਲੱਗ ਜਾਏਗਾ। ਤੁਹਾਨੂੰ 10 ਤੋਂ 15 ਕਿਲੋ ਦੇ ਦਰਮਿਆਨ ਅਗਰ ਤੁਸੀਂ ਖੁਰਾਕ ਅੱਛੀ ਦੇ ਰਹੇ ਹੋ ਤਾਂ ਤੁਹਾਡੇ ਜਾਨਵਰ ਦੇ ਬੋਡੀ weight ਦੇ ਵਿੱਚ ਫਰਕ ਲੱਗੇਗਾ, ਕੱਦ ਦੇ ਵਿੱਚ ਵੀ ਤੁਹਾਨੂੰ ਵਾਜ਼ਿਹ ਫਰਕ ਨਜ਼ਰ ਆਏਗਾ। ਕੀ ਬਾਤ, ਜ਼ਬਰਦਸਤ। ਐਮੀਵਾਈਕਮ ਖਤਮ ਹੋਇਆ। ਜਿਸ ਤਰ੍ਹਾਂ ਜਿਸ ਤਰ੍ਹਾਂ ਸਾਈਨਾਕੋਪ ਅਸੀਂ ਲਗਾਇਆ ਹੈ, 8ਵੇਂ ਦਿਨ ਕੈਰਾਸਿਲ, ਇਸੇ ਤਰ੍ਹਾਂ ਹੀ ਐਮੀਵਾਈਕਮ ਦੇ ਵਿੱਚ 8ਵੇਂ ਦਿਨ ਕੈਰਾਸਿਲ ਲਗਾਉਣਾ ਹੈ। ਠੀਕ ਹੈ। ਅੱਛਾ ਜੀ, ਇਹ ਖਤਮ ਹੋ ਗਿਆ। ਦੁਬਾਰਾ ਫਿਰ ਅਸੀਂ 1 ਵੀਕ ਦਾ ਵਕਫਾ ਦਿੱਤਾ। ਅੱਛਾ। ਫਿਰ ਆ ਗਈ ਵਾਰੀ ਸੈਲੀਵੇਟ ਦੀ। ਅੱਛਾ। ਸੈਲੀਵੇਟ ਵਿੱਚ ਬੇਸਿਕਲੀ ਹੁੰਦਾ ਸਲੀਨੀਅਮ। ਸਲੀਨੀਅਮ ਦੀ ਕਮੀ ਦੇ ਨਾਲ ਜਾਨਵਰ ਆਪਣੀ ਮੁੱਠੀਆਂ ਬਿਠਾਉਂਦਾ ਹੈ। ਠੀਕ ਹੈ। ਜਾਨਵਰ ਦੇ ਵਿੱਚ ਤੁਸੀਂ ਕਹਿ ਲਓ ਕਿ ਲੰਗੜਾਪਨ ਟਾਈਪ ਆ ਜਾਣਾ, ਯਾਨੀ ਚੱਲਦਾ ਤੇ ਪਿੱਛੇ ਲੱਤਾਂ ਅਜੀਬ ਤਰੀਕੇ ਦੇ ਵਾਲੀਆਂ। ਠੀਕ ਹੈ। ਤੇ ਕੈਲਸ਼ੀਅਮ ਦੀ ਕਮੀ ਦੇ ਨਾਲ ਜਾਨਵਰ ਆਪਣੀ ਹੱਡੀਆਂ ਜਿਹੜਾ ਉਹ ਵਿੰਗੀਆਂ ਕਰਦੀਆਂ ਸੀ। ਆਲਰੇਡੀ ਸਾਰਾ ਕੁਝ ਚੱਲਦਾ ਪਿਆ ਨਾਲ। ਠੀਕ ਹੈ। ਡੀਸੀਪੀ ਪਾਊਡਰ ਜਿਹੜਾ ਕੈਲਸ਼ੀਅਮ ਹੈ ਨਾ, ਉਹਦਾ ਮਕਸਦ ਇਹ ਹੀ ਹੈ ਕਿ ਜਾਨਵਰ ਦੀ ਹੱਡੀਆਂ ਵਿੰਗੀਆਂ ਤੋਂ ਨਾਲ ਕਵਰ ਕਰੇਗਾ। ਅਲਫਾ ਕਾਲਡੀ ਤੇ ਉਹ ਨਾਲ ਮਿਥਰੇ ਉਹਦੀ ਹੱਡੀ ਕਵਰ ਕਰਨਗੇ। ਫਿਰ ਤੁਸੀਂ ਜਿਹੜਾ ਆਪਣੇ ਜਾਨਵਰ ਦੇ ਖੁਰ ਜਿਹੜੇ ਨੇ ਉਹ ਬਰਾਬਰ ਰੱਖਣੇ ਨੇ। ਠੀਕ ਹੈ। ਖੁਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਖੁਰ ਤੁਸੀਂ ਇਸ ਤਰ੍ਹਾਂ ਬਣਵਾਣੇ ਨੇ। ਲੋਕ ਖੁਰ ਬਣਾਉਣ ਵਾਲਾ ਆਂਦਾ ਉਹ ਪਿੱਛੋਂ ਅੱਡੀਆਂ ਲਾ ਦਿੰਦੇ ਨੇ। ਕੋਸ਼ਿਸ਼ ਕਰੋ ਕਿ ਅੱਡੀਆਂ ਨਾ ਲੱਥਣ, ਅਗਲਾ ਹਿੱਸਾ ਲੱਥੇ। ਅੱਛਾ। ਯਾਨੀ ਤੁਸੀਂ ਇੱਕ ਚੀਜ਼ ਅੰਦਾਜ਼ਾ ਲਗਾਓ ਨਾ ਕਿ ਅਗਰ ਅੱਡੀ ਪਿੱਛੇ ਹੋਵੇ ਨਾ, ਮੈਂ ਇੱਕ ਪ੍ਰੈਕਟੀਕਲ ਤੁਹਾਨੂੰ ਬਤਾ ਸਮਝ ਮੈਂ ਇਧਰ ਮੇਰੇ ਹੱਥ ਲਿਓ। ਪਤਾ ਮੈਂ ਦੇਖੋ, ਅਗਰ ਇਹਦੀ ਅਸੀਂ ਪਿੱਛੋਂ ਅੱਡੀ ਲਵਾ ਦਿੱਤੀ ਹੈ, ਜਾਨਵਰ ਆਟੋਮੈਟਿਕਲੀ ਪੈਰ ਇਸ ਤਰ੍ਹਾਂ ਰੱਖੇਗਾ। ਅਗਰ ਅੱਡੀ ਹੋਏਗੀ ਤਾਂ ਜਾਨਵਰ ਆਟੋਮੈਟਿਕਲੀ ਪਿੱਛੋਂ ਪੈਰ ਚੁੱਕ ਕੇ ਅੱਗੋਂ ਬਰਾਬਰ ਰੱਖੇਗਾ। ਯਾਨੀ ਉਹਦੀ ਮੁੱਠੀਆਂ ਇੰਨੇ ਚ ਉਹਦੀ ਮੁੱਠੀਆਂ ਸਿੱਧੀ ਹੋ ਜਾਣੀਆਂ ਨੇ ਜਾਨਵਰ ਦੀਆਂ। ਠੀਕ ਹੋ ਗਿਆ। ਨਾਲ ਤੁਸੀਂ ਇਹ ਸਪੋਰਟਿਵ ਇੰਜੈਕਸ਼ਨ ਯੂਜ਼ ਕਰ ਰਹੇ ਹੋ।
ਤੇ ਅਲਹਮਦੁਲਿਲਾ ਜਾਨਵਰ ਬਿਲਕੁਲ ਤੁਹਾਡਾ ਨਾਰਮਲ ਹੋ ਜਾਏਗਾ। ਸੈਲੀਵੇਟ ਵੀ ਸੇਮ ਤਰੀਕਾ, ਜਾਨਵਰ ਦੇ ਬੋਡੀ weight ਦੇ ਮੁਤਾਬਕ ਤੁਸੀਂ ਲਾਣਾ ਹੈ। 8ਵੇਂ ਦਿਨ ਕੈਰਾਸਿਨ ਲਾਣਾ ਹੈ, ਅੱਗੋਂ ਫਿਰ ਤੁਸੀਂ ਸੈਲੀਵੇਟ ਪੂਰਾ ਜਦੋਂ ਇੰਜੈਕਸ਼ਨ ਸਟਾਰਟ ਕਰਨਾ ਹੈ ਨਾ, ਵਿੱਚ ਨਾਗਾ ਨਹੀਂ ਪੈਣਾ ਚਾਹੀਦਾ। ਠੀਕ ਹੈ, ਅੱਛਾ। ਅਗਰ ਇੱਕ ਮਿਸਾਲ ਤੁਸੀਂ ਜਾਨਵਰ ਨੂੰ ਇੰਜੈਕਸ਼ਨ ਸਟਾਰਟ ਕੀਤਾ, ਤੁਸੀਂ ਕਿਧਰ ਅੱਗੇ ਪਿੱਛੋਂ ਤਾਂ ਕਿਸੇ ਦੀ ਜ਼ਿੰਮੇਵਾਰੀ ਲੱਗ ਜਾਣੀ ਤੁਹਾਡੇ ਜਾਨਵਰ ਨੂੰ ਇੰਜੈਕਸ਼ਨ ਲੱਗੇ। ਜ਼ਬਰਦਸਤ। ਅੱਛਾ ਜੀ, ਐਸੇ ਤਰ੍ਹਾਂ ਹੀ ਸੈਲੀਵੇਟ ਵੀ ਖਤਮ ਹੋ ਗਿਆ। ਅਗਲੀ ਵਾਰੀ ਆ ਗਈ ਇਹਨਾਂ ਸਾਰਿਆਂ ਦੇ ਪਿਓ ਦੀ, ਅੱਛਾ, ਵਿਟਾਮਿਨ AD3E ਦੀ। ਵਿਟਾਮਿਨ AD3E, ਜ਼ਬਰਦਸਤ। ਅਮਜਦ ਭਾਈ, ਜਾਨਵਰ ਦੀ ਲੱਤ ਟੁੱਟ ਕੇ ਜੁੜਨ ਦੇ ਵਿੱਚ ਅੱਛਾ, ਬਹੁਤ ਅਹਿਮ ਕਿਰਦਾਰ ਹੈ ਇਸ ਇੰਜੈਕਸ਼ਨ ਦਾ। ਹੱਡੀ ਮੋਟੀ ਕਰਨ ਦੇ ਵਿੱਚ ਬਹੁਤ ਅਹਿਮ ਕਿਰਦਾਰ ਹੈ ਇਹਦਾ। ਅਕਸਰ ਲੋਕ ਕਹਿੰਦੇ ਨੇ ਸਾਡੇ ਕੋਲ ਜਾਨਵਰ ਬਹੁਤ ਵੱਡਾ ਤੇ ਲੱਤਾਂ ਪਤਲੀਆਂ ਹੁੰਦੀਆਂ, ਹਾਂ, ਇਹ ਬਹੁਤ ਮੋਟੀਆਂ ਕਰੇਗਾ। ਨਾਲ ਕੈਲਸ਼ੀਅਮ, ਵਿਟਾਮਿਨ AD3, ਅੱਛਾ ਹਾਂਜੀ ਜੀ। ਨਾਲ ਕੈਲਸ਼ੀਅਮ ਆਰਟ ਚੱਲ ਰਿਹਾ ਹੈ, ਮਿਨਰਲ ਨਾਲ ਚੱਲ ਰਹੇ ਨੇ ਹਾਂ ਇਸ ਪੂਰੇ ਕੋਰਸ ਦੇ ਵਿੱਚ। ਹਾਂ ਜਾਨਵਰ ਤੁਹਾਡੇ ਨੂੰ ਜਦੋਂ ਵਿਟਾਮਿਨ AD3E ਲੱਗਣਾ ਹੈ। ਅੱਛਾ, ਪਹਿਲੇ ਅਸੀਂ ਇੰਜੈਕਸ਼ਨ ਸਪੋਰਟਿਵ ਇੰਜੈਕਸ਼ਨ ਲਗਾ ਰਹੇ ਸਾਂ 8 ਦਿਨ ਬਾਅਦ। ਅੱਛਾ, ਹੁਣ ਸਪੋਰਟਿਵ ਇੰਜੈਕਸ਼ਨ ਲੱਗਣਾ ਹੈ 5 ਦਿਨ ਬਾਅਦ, ਯਾਨੀ ਕਿ 6ਵੇਂ ਦਿਨ। ਅੱਛਾ, ਪਹਿਲੇ ਤੁਸੀਂ 5 ਦਿਨ ਤੁਸੀਂ ਜਾਨਵਰ ਨੂੰ ਵਿਟਾਮਿਨ AD3E ਲਗਾਇਆ, ਸਪੋਰਟਿਵ ਇੰਜੈਕਸ਼ਨ ਕੈਰਾਸਿਨ ਦਾ ਤੁਸੀਂ 6ਵੇਂ ਦਿਨ ਲਾਤਾ। ਠੀਕ ਹੈ, ਇਹ ਥੋੜਾ ਆਇਲ ਟਾਈਪ ਹੁੰਦਾ ਵੇ, ਲਗਾ ਕੇ ਉਹਨੂੰ ਮਸਲਾ ਜ਼ਿਆਦਾ ਪੈਂਦਾ ਹੈ। ਠੀਕ ਹੈ, ਠੀਕ ਹੈ ਨਾ। ਅਗਰ ਕਿਸੇ ਨੂੰ ਲਗਾ ਕੇ ਕਿਸੇ ਜਾਨਵਰ ਦੀ ਗਿਲਟੀ ਬਣ ਜਾਂਦੀ ਹੈ ਨਾ, ਤੇ ਉਹ ਉੱਥੇ ਬਰਫ਼ ਵੀ ਰਗੜ ਸਕਦੇ ਨੇ। ਠੀਕ ਹੈ। ਅਗਰ ਕਿਸੇ ਨੂੰ ਇੰਜੈਕਸ਼ਨ ਨਹੀਂ ਲਗਾਉਣਾ ਆਉਂਦਾ, ਠੀਕ ਹੈ, ਤੇ ਵਿਟਾਮਿਨ AD3E ਦਾ ਇੰਜੈਕਸ਼ਨ ਨੂੰ ਪਿਲਾ ਵੀ ਸਕਦਾ ਹੈ। ਅੱਛਾ, ਹਾਂਜੀ, ਜ਼ਬਰਦਸਤ। ਦੂਜੇ ਇੰਜੈਕਸ਼ਨ ਲਗਾਣੇ ਨੇ, ਇਹਨੂੰ ਤੁਸੀਂ ਪਿਲਾ ਵੀ ਸਕਦੇ ਹੋ। ਪਿਲਾ ਵੀ ਸਕਦੇ ਹੋ। ਠੀਕ ਹੈ। ਦੁੱਧ 'ਚ ਮਿਕਸ ਕਰਕੇ ਪਿਲਾ ਦਿਓ। ਠੀਕ ਹੈ, ਕਿਸੇ ਵੀ ਲਿਕਵਿਡ 'ਚ ਮਿਕਸ ਕਰਕੇ ਪਿਲਾ ਦਿਓ, ਵੈਸੇ ਪਿਲਾ ਦਿਓ, ਸਿਰਿੰਜ 'ਚ ਭਰ ਕੇ ਪਿਲਾ ਦਿਓ, ਕੋਈ ਇਸ਼ੂ ਨਹੀਂ। 5 ਦਿਨ ਲੱਗੇਗਾ, 6ਵੇਂ ਦਿਨ ਨਾਲੋਂ ਲੱਗ ਜਾਏਗਾ। ਅੱਛਾ, ਕੈਰਾਸਿਨ ਲੱਗ ਜਾਏਗਾ। ਐਸੇ ਤਰ੍ਹਾਂ ਫਿਰ 5 ਦਿਨ ਲੱਗੇਗਾ, 6ਵੇਂ ਦਿਨ ਕੈਰਾਸਿਨ ਲੱਗੇਗਾ। ਕਿੱਸਾ ਮੁਕਸਰ ਕੇ ਵੀ ਤੁਹਾਡੀ ਵਾਇਲ ਖਤਮ ਹੋ ਜਾਏਗੀ। ਠੀਕ ਹੈ। ਜਦੋਂ ਇਹ ਤੁਹਾਡਾ ਪੂਰਾ ਪ੍ਰੋਸੈਸ ਜਿਹੜਾ ਹੈ ਅਪਰੋਕਸੀਮੇਟਲੀ ਕੋਈ 2.5-3 ਮਹੀਨੇ 2 ਮਹੀਨੇ ਦੇ ਕਰੀਬ ਚੱਲੇਗਾ। ਅਮਜਦ ਭਾਈ, ਜਿਸ ਬੰਦੇ ਨੇ ਤੁਹਾਡਾ ਜਾਨਵਰ 2 ਮਹੀਨੇ ਪਹਿਲੇ ਵੇਖਿਆ, ਉਹ ਜਾਨਵਰ ਤੁਹਾਡਾ ਅਗਰ 2 ਮਹੀਨੇ ਬਾਅਦ ਜੋ ਜਾਨਵਰ ਵੇਖੇਗਾ ਨਾ, ਜਾਨਵਰ ਨਹੀਂ ਪਛਾਣ ਸਕੇਗਾ ਤੁਹਾਡਾ। ਕੀ ਬਾਤ ਹੈ ਜੀ, ਜ਼ਬਰਦਸਤ। ਮੈਂ ਇਹਨੂੰ ਸਨਦ ਕਰਕੇ ਦਿਆਂਗਾ। ਅਗਰ ਕੋਈ ਬੰਦਾ ਪ੍ਰੋਪਰ ਦੇ ਦੇਵੇ, ਮੈਂ ਉਹ ਮੇਰੇ ਸਟਾਮ ਲੈ ਆਵੇ, ਮੈਂ ਉਹਨੂੰ ਆਪਣੇ ਸਾਈਨ ਕਰਕੇ ਦਿਆਂਗਾ। ਉਹਦੇ ਜਾਨਵਰ ਨੂੰ ਲੰਗਸ ਪ੍ਰੋਬਲਮ ਨਾ ਆਵੇ। ਅੱਛਾ, ਯਾਨੀ ਉਹਦੇ ਜਾਨਵਰ ਕੋਈ ਇੰਟਰਨਲੀ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ। ਅਗਰ ਉਹਦਾ ਜਾਨਵਰ ਇਸ ਪੂਰੇ ਪ੍ਰੋਸੈਸ ਦੇ ਦੌਰਾਨ 2 ਤੋਂ 2.5 ਇੰਚ ਕੱਦ ਨਾ ਵਧਾਏ, ਕੀ ਬਾਤ ਹੈ, ਅੱਛੀ ਖੁਰਾਕ ਦੇ ਕੇ ਨਾਲ ਉਸ ਬੰਦੇ ਦਾ ਜਾਨਵਰ ਅਗਰ 15 ਤੋਂ 20 ਕਿਲੋ ਵਜ਼ਨ ਨਾ ਵਧਾਏ, ਤਾਂ ਜਨਾਬ ਜਿੰਨਾ ਖਰਚਾ ਹੋਏਗਾ 10 ਨਜ਼ਰ ਦੇ ਕੇ ਆ ਕੇ ਮੇਰੇ ਕੋਲ। ਜ਼ਬਰਦਸਤ। ਇੱਕ ਐਕਸਪਰਟ ਨਾਲ ਜਨਾਬ ਅਸੀਂ ਇਹ ਮਸ਼ਵਰਾ ਕੀਤਾ ਜੀ ਕਿ ਦੋਸਤਾਂ ਨੂੰ ਮੁਫੀਦ ਮਸ਼ਵਰਾ ਦਿੱਤਾ ਜਾਏ ਤਾਂ ਕਿ ਉਹਨਾਂ ਦੇ ਜਾਨਵਰ ਹੈਲਦੀ, ਐਕਟਿਵ ਔਰ ਜਨਾਬ ਸਿਹਤਮੰਦ ਰਹਿਣ। ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਿੱਖਣ ਵਾਸਤੇ ਬਹੁਤ ਕੁਝ ਮਿਲਿਆ ਹੋਏਗਾ। ਵੀਡੀਓ ਅੱਛੀ ਲੱਗੇ ਜ਼ਰੂਰ ਲਾਈਕ ਸ਼ੇਅਰ ਕਰਨਾ, ਔਰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਨੂੰ ਨੈਕਸਟ ਟੌਪਿਕ ਵੀ ਦੱਸਣਾ ਹੈ ਕਿ ਮਲਿਕ ਸਾਹਿਬ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ। ਦੇਖੋ ਨਾ, ਸਾਡਾ ਮਕਸਦ ਹੈ ਇਨਸਾਨਾਂ ਦੀ ਖਿਦਮਤ ਔਰ ਸਾਡਾ ਮਕਸਦ ਹੈ ਹੈਵਾਨਾਂ ਦੀ ਖਿਦਮਤ। ਅਮਰ ਡੋਗਰ ਸਾਹਿਬ, ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਮਿਲਦੇ ਹਾਂ ਨੈਕਸਟ ਖੂਬਸੂਰਤ ਵੀਡੀਓ ਦੇ ਨਾਲ। ਆਪਣੀਆਂ ਦੁਆਵਾਂ ਯਾਦ ਰੱਖਣਾ। ਅੱਲਾਹ ਹਾਫਿਜ਼।